DRG Kids कहानी चुगलखोर मासी। एक शहर विच विकास ते विनय नाम दे दो भरा रहिंदे सन। दोवां भरावां दा आपस विच बड़ा ही प्यार सी। दोवां दीयां वोटियां सीमा अते भारती भी आपस विच मिल जुल के रहिंदियां सन। दोवां भरावां ने अपनी मेहनत नाल शहर दे विच अपना कारोबार शुरू कीता सी ते वेखदे ही वेखदे कारोबार वधदा गया। उन्हां दा परिवार बड़ा ही खुशहाल सी। इसे तरह एक दिन सवेरे यार विनय छेती चल, अज साडे नवे कारखाने दा उद्घाटन है, असीं लेट हो जाणगे। हाँ वीर जी, चलो मैं तैयार हाँ। उसे वेले सीमा ते भारती अपनी अपनी आरती दी थाल लैके आउंदियां हन। सीमा कहंदी है, इन्नी खाली कादी है, तुसी तिलक ते लवाउंदे जाओ, चंगा शगुन हुंदा है। फिर दोवें पत्नियां अपने अपने पति नूं टिक्का लगा के उन्हां दी आरती करदियां हन। फिर ओ दोवें भरा चले जांदे हन। चल भारती, हुण असीं दोवें बाजार जाके घूम के आउंदियां। हाँ जी दीदी, आज घर दे सारे काम भी हो गए ने, आज थोड़ी शॉपिंग कीती जावे। हाँ हाँ चल। दोवें मार्केट जांदियां हन ते शॉपिंग करदियां हन। इधर शहर तो दूर एक पिंड विच विकास ते विनय दी मासी कांता रहिंदी है। ओदा एक बेटा है दीपक। दोवें मां बेटा दूजियां दी तरक्की तो बड़ा ही सड़दे हन। ओ गल्लां करदे हन। तैनू कुछ पता चलिया है मां? किदे बारे पुत्तर? विकास ते विनय भाजी ने शहर विच नवा कारखाना खोलिया है, लगदा है वड्डे पैसे कमाउण लगे ने। अच्छा, पर कारखाना लिया किस चीज दा है? उदों ही मास्टर जी उत्थे आउंदे हन अते दोवां दी गल सुन के कहंदे हन, मनना ही पाओगा भाई, इन्ने थोड़े समय विच ही दोवां भरावां ने इन्ना वड्डा कारोबार खड़ा कर लिया ते दोवें दियां वोटियां भी मिलजुल के रहिंदियां ने। परिवार होवे ते इस तरह दा। ए सुन के कांता कहंदी है, हाँ हाँ, ਤੁਹਾਨੂੰ ਤੇ ਦੂਜਿਆਂ ਦੇ ਮੁੰਡੇ ਹੀ ਚੰਗੇ ਲੱਗਦੇ ਨੇ, ਸਾਡਾ ਦੀਪਕ ਭਲਾ ਕਿਸੇ ਤੋਂ ਘੱਟ ਹੈ। ओहो, नाराज क्यों होनी है? वो दोवे भी तो तेरी भैन दे ही मुंडे ने ना। चलो ठीक है, हुण रोटी खवा दे, बड़ी भुख लगी है। कुछ दिनां बाद कांता अचानक शहर विच विकास अते विनय दे घर आउंदी है। वाह मौसी, तुसी अचानक किवें आना होया? सब ठीक ते है ना? मैनू फोन ही कर देंदे, मैं थानू लैण आ जांदा। ਨਾ ਨਾ, ਹੁਣ ਤੁਸੀਂ ਦੋਵੇਂ ਇੰਨੇ ਵੱਡੇ ਬਿਜ਼ਨਸਮੈਨ ਬਣ ਗਏ ਹੋ, ਹੁਣ ਤੁਹਾਨੂੰ ਵੇਲ ਕਿੱਥੇ ਮਿਲਦੀ ਹੋਣੀ ਹੈ। ਮੈਨੂੰ ਤਾਂ ਬਸ ਤੁਸੀਂ ਸਾਰਿਆਂ ਦੀ ਯਾਦ ਆਂਦੀ ਪਈ ਸੀ, ਇਸ ਲਈ ਤੁਹਾਨੂੰ ਮਿਲਣ ਆ ਗਈ। ਇਹ ਤਾਂ ਤੁਸੀਂ ਬੜਾ ਹੀ ਚੰਗਾ ਕੀਤਾ, ਤੁਹਾਨੂੰ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ। ਹੁਣ ਤੁਸੀਂ ਸਾਡੇ ਕੋਲ ਹੀ ਰਹੋ ਥੋੜੇ ਦਿਨ। ਹਾਂ ਪੁੱਤਰ, ਹੁਣ ਮੈਂ ਕੁਝ ਦਿਨ ਇੱਥੇ ਹੀ ਰਹਾਂਗੀ। ਉਹਨਾਂ ਦੇ ਘਰ ਦੇ ਠਾਠ-ਬਾਠ ਵੇਖ ਕੇ ਮਾਸੀ ਦੀਆਂ ਅੱਖਾਂ ਸਾੜੇ ਨਾਲ ਭਰ ਜਾਂਦੀਆਂ ਹਨ। ਉਹਦੇ ਕੋਲੋਂ ਬਰਦਾਸ਼ਤ ਹੀ ਨਹੀਂ ਹੁੰਦਾ। ਵਾਹ, ਇੰਨਾ ਵੱਡਾ ਘਰ ਬਣਾ ਲਿਆ ਤੁਸੀਂ। ਅੱਜ ਦੀਦੀ ਹੁੰਦੀ ਤੇ ਉਹ ਆਪਣੇ ਦੋਵਾਂ ਪੁੱਤਰਾਂ ਦੀ ਕਮਾਈ ਨੂੰ ਵੇਖ ਕੇ ਖੁਸ਼ੀ ਨਾਲ ਫੁੱਲੀ ਨਾ ਸਮਾਉਂਦੀ। ਹਰ ਪਾਸੇ ਤੁਸੀਂ ਦੋਵਾਂ ਭਰਾਵਾਂ ਦੀ ਵਾਹ-ਵਾਹ ਹੁੰਦੀ ਰਹਿੰਦੀ ਹੈ। ਹਾਂ, ਤੁਸੀਂ ਵੀ ਸਾਡੀ ਮਾਂ ਵਰਗੇ ਹੋ ਮਾਸੀ ਜੀ, ਤੁਸੀਂ ਆ ਗਏ, ਧੰਨ ਭਾਗ ਸਾਡੇ। ਕਾਂਤਾ ਹੁਣ ਉੱਥੇ ਹੀ ਰਹਿਣ ਲੱਗ ਪਈ, ਪਰ ਉਹ ਇਹੀ ਸੋਚਦੀ ਰਹਿੰਦੀ ਸੀ ਬਈ ਇਹਨਾਂ ਲੋਕਾਂ ਵਿੱਚ ਫੁੱਟ ਕਿਵੇਂ ਪਾਈ ਜਾਵੇ। ਫਿਰ ਇੱਕ ਦਿਨ ਮੌਕਾ ਮਿਲਦੇ ਹੀ ਸੀਮਾ ਨੂੰ ਕਹਿੰਦੀ ਹੈ, ਇੱਕ ਗੱਲ ਦੱਸ ਸੀਮਾ, ਤੈਨੂੰ ਆਪਣੀ ਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਕੋਈ ਫਿਕਰ ਹੈ ਜਾਂ ਨਹੀਂ? ਕਿਉਂ ਮਾਸੀ ਜੀ, ਤੁਸੀਂ ਏਦਾਂ ਕਿਉਂ ਕਹਿੰਦੇ ਪਏ ਹੋ? ਆਏ ਹਾਏ ਮੇਰੀ ਸਿੱਧੀ ਜਿਹੀ ਨੂੰ, ਤੂੰ ਤੇ ਸੱਚੀ ਬੜੀ ਭੋਲੀ ਐ। ਵਿਕਾਸ ਤਾਂ ਆਪਣੇ ਭਰਾ ਦੇ ਪਿਆਰ ਵਿੱਚ ਅੰਨਾ ਹੋਇਆ ਫਿਰਦਾ, ਪਰ ਤੈਨੂੰ ਕੀ ਹੋ ਗਿਆ? ਮੈਂ ਕੁਝ ਸਮਝੀ ਨਹੀਂ ਮਾਸੀ ਜੀ। ਇਹ ਕਾਰਖਾਨਾ, ਇਹ ਸਾਰੀ ਜਾਇਦਾਦ, ਇਹ ਸਭ ਤੇਰਾ ਤੇ ਤੇਰੇ ਬੱਚਿਆਂ ਦਾ ਹੀ ਹੈ। ਵਿਨੈ ਤਾਂ ਐਵੇਂ ਮੁਫਤ 'ਚ ਮਜ਼ੇ ਲੈਂਦਾ ਪਿਆ। ਸਾਰੀ ਮਿਹਨਤ ਤੇ ਵਿਚਾਰਾ ਵਿਕਾਸ ਹੀ ਕਰਦਾ ਹੈ। ਮੇਰਾ ਵਿਕਾਸ ਤੇ ਬਚਪਨ ਤੋਂ ਹੀ ਬੜਾ ਮਿਹਨਤੀ ਹੈ। ਹਾਂ, ਇਹ ਤੁਸੀਂ ਕੀ ਕਹਿੰਦੇ ਪਏ ਹੋ? ਠੀਕ ਹੀ ਤਾਂ ਕਹਿਨੀ ਪਈ ਆ। ਅੱਜ ਤੁਹਾਨੂੰ ਬੜਾ ਚੰਗਾ ਲੱਗਦਾ ਪਿਆ, ਪਰ ਬਾਅਦ ਵਿੱਚ ਵੇਖਿਓ ਇਹ ਵਿਨੈ ਤੇ ਭਾਰਤੀ ਤੁਹਾਡਾ ਸਭ ਕੁਝ ਹੜਪ ਲੈਣਗੇ। ਬਈ ਮੇਰਾ ਤਾਂ ਕੰਮ ਸੀ ਸਮਝਾਉਣਾ, ਅੱਗੇ ਤੁਹਾਡੀ ਮਰਜ਼ੀ। ਫਿਰ ਮਾਸੀ ਭਾਰਤੀ ਨੂੰ ਵੀ ਇਹੀ ਗੱਲ ਕਹਿੰਦੀ ਹੈ। ਮਾਸੀ ਦੀਆਂ ਗੱਲਾਂ ਦਾ ਸੀਮਾ ਤੇ ਭਾਰਤੀ ਉੱਤੇ ਇੰਨਾ ਅਸਰ ਹੁੰਦਾ ਹੈ ਕਿ ਉਹਨਾਂ ਦੋਵਾਂ ਨੂੰ ਪੂਰੀ ਰਾਤ ਨੀਂਦ ਹੀ ਨਹੀਂ ਆਉਂਦੀ। ਜੇ ਕਿਤੇ ਮਾਸੀ ਦੀ ਗੱਲ ਸਹੀ ਨਿਕਲੀ ਫਿਰ ਮੈਨੂੰ ਕੁਝ ਕਰਨਾ ਪਵੇਗਾ। ਇੱਧਰ ਭਾਰਤੀ ਵੀ ਇਹੀ ਸੋਚਦੀ ਪਈ ਹੈ ਕਿ ਇਹ ਵਾਕਈ ਸੱਚ ਹੋ ਸਕਦਾ ਹੈ। ਜੇ ਮਾਸੀ ਜੀ ਨੇ ਕਿਹਾ ਹੈ ਤੇ ਕੋਈ ਗੱਲ ਤਾਂ ਜ਼ਰੂਰ ਹੋਊਗੀ। ਅਗਲੇ ਦਿਨ ਉਹ ਦੋਵੇਂ ਹੀ ਇੱਕ ਦੂਸਰੇ ਨਾਲ ਥੋੜਾ ਚੁੱਪ-ਚੁੱਪ ਰਹਿੰਦੀਆਂ ਹਨ। ਥੋੜੇ ਦਿਨਾਂ ਬਾਅਦ ਦੋਵਾਂ ਦੇ ਵਿਚਕਾਰ ਛੋਟੀ-ਛੋਟੀ ਗੱਲ ਨੂੰ ਲੈ ਕੇ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਸੀ ਨੂੰ ਇਹ ਵੇਖ ਕੇ ਬੜਾ ਮਜ਼ਾ ਆਉਂਦਾ ਹੈ। ਕੁਝ ਦਿਨਾਂ ਬਾਅਦ ਸੀਮਾ ਵਿਕਾਸ ਨੂੰ ਕਹਿੰਦੀ ਹੈ, ਸੁਣੋ ਜੀ, ਮੈਨੂੰ ਲੱਗਦਾ ਹੈ ਹੁਣ ਸਾਨੂੰ ਅਤੇ ਵਿਨੈ ਵੀਰ ਜੀ ਨੂੰ ਬਟਵਾਰਾ ਕਰ ਲੈਣਾ ਚਾਹੀਦਾ ਹੈ। ਹੁਣ ਵਿਨੈ ਵੀਰ ਜੀ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ। ਇਹ ਕਾਰੋਬਾਰ ਤੁਸੀਂ ਸ਼ੁਰੂ ਕੀਤਾ ਸੀ। ਉਹ ਕਿਸ ਤਰ੍ਹਾਂ ਦੀ ਗੱਲ ਕਰਦੀ ਹੈ?
ਵਿਨੈ ਮੇਰਾ ਛੋਟਾ ਵੀਰ ਹੈ, ਉਹਨੂੰ ਸੰਭਾਲਣਾ ਮੇਰੀ ਜ਼ਿੰਮੇਵਾਰੀ ਹੈ, ਤੇ ਤੂੰ ਕਹਿੰਦੀ ਹੈ ਕਿ ਮੈਂ ਉਹਦੇ ਨਾਲ ਵੱਖਰਾ ਹੋ ਜਾਵਾਂ। ਵੈਸੇ ਵੀ ਇੱਕ ਨਾ ਇੱਕ ਦਿਨ ਤੇ ਇਹ ਹੋਣਾ ਹੀ ਹੈ, ਫਿਰ ਅੱਜ ਕਿਉਂ ਨਹੀਂ? ਮੈਂ ਆਪਣੇ ਬੱਚੇ ਦੇ ਹਿੱਸੇ ਦੀ ਦੌਲਤ ਕਿਸੇ ਨਾਲ ਨਹੀਂ ਵੰਡਣੀ। ਦੂਜੇ ਪਾਸੇ ਭਾਰਤੀ ਵੀ ਵਿਨੇ ਨੂੰ ਵੱਖਰਾ ਹੋਣ ਦੀ ਜਿੱਦ ਕਰਦੀ ਹੈ ਤੇ ਵੇਖਦੇ ਹੀ ਵੇਖਦੇ ਘਰ ਦਾ ਮਾਹੌਲ ਬੜਾ ਹੀ ਖਰਾਬ ਹੋ ਜਾਂਦਾ ਹੈ। ਫਿਰ ਇੱਕ ਦਿਨ ਵਿਕਾਸ ਵਿਨੇ ਨੂੰ ਕਹਿੰਦਾ ਹੈ, ਵਿਨੈ ਸਾਨੂੰ ਦੋਵਾਂ ਭਰਾਵਾਂ ਨੂੰ ਇਹ ਘਰ ਦਾ ਬਟਵਾਰਾ ਕਰ ਲੈਣਾ ਚਾਹੀਦਾ ਹੈ। ਜੋ ਵੀ ਜਾਇਦਾਦ ਹੈ ਅਸੀਂ ਆਪਸ ਵਿੱਚ ਵੰਡ ਲੈਂਦੇ ਹਾਂ। ਵਿਨੇ ਵੀ ਇਹੀ ਚਾਹੁੰਦਾ ਸੀ। ਫਿਰ ਅਗਲੇ ਹੀ ਦਿਨ ਦੋਵਾਂ ਭਰਾਵਾਂ ਵਿੱਚ ਜਾਇਦਾਦ ਦਾ ਬਟਵਾਰਾ ਹੋ ਜਾਂਦਾ ਹੈ। ਵਿਨੇ ਆਪਣਾ ਵੱਖਰਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਦੋਵਾਂ ਭਰਾਵਾਂ ਨੂੰ ਵੱਖਰਾ ਕਰਕੇ ਮਾਸੀ ਮਨ ਹੀ ਮਨ ਬੜੀ ਖੁਸ਼ ਹੁੰਦੀ ਹੈ। ਕੁਝ ਦਿਨ ਏਦਾਂ ਹੀ ਲੰਘ ਜਾਂਦੇ ਹਨ। ਇੱਕ ਦਿਨ, ਕੀ ਹੋਇਆ ਜੀ? ਕੁਝ ਦਿਨਾਂ ਤੋਂ ਵੇਖਦੀ ਪਈ ਹਾਂ ਤੁਸੀਂ ਥੋੜੇ ਪਰੇਸ਼ਾਨ ਜਿਹੇ ਹੋ, ਕੀ ਗੱਲ ਹੈ? ਕੀ ਦੱਸਾਂ ਸੀਮਾ, ਕਾਰੋਬਾਰ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ ਹੈ। ਆਮਦਨੀ ਪਹਿਲੇ ਵਰਗੀ ਨਹੀਂ ਰਹੀ। ਕਰਜ਼ਦਾਰ ਰੋਜ਼ ਪੈਸਾ ਮੰਗਣ ਆ ਜਾਂਦੇ ਨੇ। ਮੈਂ ਤੇ ਬਸ ਚੰਗਾ ਮਾਲ ਬਣਾਉਣਾ ਚਾਹੁੰਦਾ। ਵਿਨੈ ਦੀ ਤਰ੍ਹਾਂ ਮਾਲ ਵੇਚਣ ਦੀ ਕਲਾ ਮੇਰੇ ਅੰਦਰ ਨਹੀਂ ਹੈ। ਇਹ ਕਹਿ ਕੇ ਵਿਕਾਸ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਦੂਜੇ ਪਾਸੇ ਭਾਰਤੀ ਵੀ ਵਿਨੇ ਨੂੰ ਇਹੀ ਸਵਾਲ ਪੁੱਛਦੀ ਹੈ, ਕੀ ਗੱਲ ਹੈ ਜੀ, ਇੰਨੇ ਪਰੇਸ਼ਾਨ ਕਿਉਂ ਲੱਗਦੇ ਪਏ ਹੋ? ਕੁਛ ਨਾ ਪੁੱਛ ਭਾਰਤੀ, ਇਹ ਨਵਾਂ ਕਾਰੋਬਾਰ ਮੇਰੇ ਵੱਸਦਾ ਹੀ ਨਹੀਂ ਹੈ। ਮੈਨੂੰ ਤੇ ਬਸ ਮਾਲ ਵੇਚਣਾ ਹੀ ਆਉਂਦਾ ਹੈ, ਪਰ ਚੰਗਾ ਮਾਲ ਤਿਆਰ ਕਰਨਾ ਵਿਕਾਸ ਵੀਰ ਜੀ ਨੂੰ ਆਉਂਦਾ ਹੈ। ਅੱਜ ਕੱਲ ਤੇ ਇੰਨੀ ਆਮਦਨੀ ਵੀ ਨਹੀਂ ਹੋ ਰਹੀ ਕਿ ਛੋਟੇ-ਮੋਟੇ ਖਰਚੇ ਵੀ ਪੂਰੇ ਹੋ ਜਾਣ। ਵਿਨੇ ਉਦਾਸ ਹੋ ਕੇ ਬੈਠ ਜਾਂਦਾ ਹੈ। ਇੱਕ ਦਿਨ ਜਦੋਂ ਸੀਮਾ ਪਾਣੀ ਲੈ ਕੇ ਮਾਸੀ ਦੇ ਕਮਰੇ ਦੇ ਕੋਲ ਜਾਂਦੀ ਹੈ ਤਾਂ ਉਸਨੂੰ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਮਾਸੀ ਜ਼ੋਰ-ਜ਼ੋਰ ਦੀ ਹੱਸ ਕੇ ਕਿਸੇ ਨਾਲ ਫੋਨ ਉੱਤੇ ਗੱਲ ਕਰਦੀ ਪਈ ਹੈ। ਹਾਏ ਹਾਏ ਚੰਪਾ, ਹੁਣ ਮੈਂ ਤੈਨੂੰ ਕੀ ਦੱਸਾਂ? ਸੀਮਾ ਤੇ ਭਾਰਤੀ ਦੋਵੇਂ ਇੰਨੀਆਂ ਬੇਵਕੂਫ ਨਿਕਲੀਆਂ, ਬੜੀ ਆਸਾਨੀ ਨਾਲ ਮੇਰੀਆਂ ਗੱਲਾਂ ਵਿੱਚ ਆ ਗਈਆਂ ਦੋਵੇਂ। ਤੇ ਉਹ ਦੋਵੇਂ ਪੁੱਤਰ ਆਪਣੀ ਜੋਰੂ ਦੇ ਗੁਲਾਮ ਨਿਕਲੇ ਹਾਂ। ਸੀਮਾ ਉਸੇ ਵੇਲੇ ਮਾਸੀ ਦੀ ਸਾਰੀ ਚਾਲ ਸਮਝ ਜਾਂਦੀ ਹੈ ਤੇ ਅਗਲੇ ਹੀ ਦਿਨ ਉਹ ਪੂਰੀ ਗੱਲ ਭਾਰਤੀ ਨੂੰ ਦੱਸ ਦਿੰਦੀ ਹੈ। ਫਿਰ ਉਹ ਦੋਵੇਂ ਆਪਣੇ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੰਦੀਆਂ ਹਨ। ਹੁਣ ਉਹਨਾਂ ਦੋਵਾਂ ਭਰਾਵਾਂ ਨੂੰ ਵੀ ਸਮਝ ਆ ਜਾਂਦਾ ਹੈ ਕਿ ਇਹ ਸਭ ਉਹਨਾਂ ਦੀ ਮਾਸੀ ਦਾ ਹੀ ਕੀਤਾ ਕਰਾਇਆ ਹੈ। ਫਿਰ ਅਗਲੇ ਦਿਨ ਵਿਕਾਸ ਵਿਨੇ ਨੂੰ ਕਹਿੰਦਾ ਹੈ, ਵਿਨੈ ਮੈਨੂੰ ਮਾਫ ਕਰ ਦੇ, ਤੂੰ ਬਸ ਆ ਕੇ ਆਪਣਾ ਕੰਮ ਸੰਭਾਲ ਲੈ। ਵੀਰ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਮੇਰੇ ਵੱਡੇ ਵੀਰ ਹੋ। ਦਰਅਸਲ ਗਲਤੀ ਸਾਡੀ ਦੋਵਾਂ ਦੀ ਹੈ। ਅਸੀਂ ਮਾਸੀ ਦੀ ਗੱਲਾਂ ਵਿੱਚ ਆ ਕੇ ਵੱਖਰੇ ਹੋ ਗਏ। ਹਾਂ, ਸਾਨੂੰ ਦੂਜਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਹੈ। ਸਾਡੀ ਕਾਮਯਾਬੀ ਤੇ ਇਕੱਠੇ ਰਹਿਣ ਵਿੱਚ ਹੈ। ਇਕੱਲੇ ਅਸੀਂ ਕਾਮਯਾਬ ਨਹੀਂ ਹੋ ਸਕਦੇ। ਸੀਮਾ ਅਤੇ ਭਾਰਤੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ। ਉਹ ਦੋਵੇਂ ਵੀ ਇੱਕ ਦੂਸਰੇ ਕੋਲੋਂ ਮਾਫੀ ਮੰਗਦੀਆਂ ਹਨ। ਮੈਨੂੰ ਮਾਫ ਕਰ ਦੇ ਭਾਰਤੀ, ਮੈਂ ਮਾਸੀ ਜੀ ਦੀਆਂ ਗੱਲਾਂ ਵਿੱਚ ਆ ਗਈ ਸੀ। ਨਹੀਂ ਦੀਦੀ, ਗਲਤੀ ਮੇਤੋਂ ਵੀ ਤਾਂ ਹੋਈ ਹੈ। ਮੈਂ ਵੀ ਮਾਸੀ ਜੀ ਦੀਆਂ ਗੱਲਾਂ ਵਿੱਚ ਆ ਗਈ ਸੀ, ਪਰ ਹੁਣ ਅਸੀਂ ਉਹਨਾਂ ਨੂੰ ਇੱਥੇ ਇੱਕ ਮਿੰਟ ਵੀ ਨਹੀਂ ਰਹਿਣ ਦੇਣਾ। ਇਹ ਕਹਿ ਕੇ ਦੋਵੇਂ ਮਾਸੀ ਦੇ ਕੋਲ ਚਲੀਆਂ ਜਾਂਦੀਆਂ ਹਨ ਤੇ ਕਹਿੰਦੀਆਂ ਹਨ, ਮਾਸੀ ਜੀ ਬਖਸ਼ ਦਿਓ ਸਾਨੂੰ, ਪਰ ਹੁਣ ਤੁਸੀਂ ਇੱਥੋਂ ਚਲੇ ਜਾਓ ਤੇ ਫਿਰ ਸਾਨੂੰ ਤੁਹਾਡੀ ਸਾਰੀ ਚਾਲ ਦਾ ਪਤਾ ਚੱਲ ਗਿਆ। ਕਾਂਤਾ ਮਾਸੀ ਆਪਣੇ ਪਿੰਡ ਵਾਪਸ ਚਲੀ ਜਾਂਦੀ ਹੈ ਤੇ ਫਿਰ ਕਦੀ ਉਹਦੀ ਹਿੰਮਤ ਵੀ ਨਹੀਂ ਹੋਈ ਕਿ ਉਹ ਵਿਕਾਸ ਤੇ ਵਿਨੇ ਨੂੰ ਦੁਬਾਰਾ ਵੱਖਰਾ ਕਰਨ ਦੀ ਚਾਲ ਸੋਚੇ। ਵਿਕਾਸ ਅਤੇ ਵਿਨੇ ਹੁਣ ਦੁਬਾਰਾ ਪਹਿਲੇ ਵਾਂਗ ਹੀ ਮਿਲ ਜੁਲ ਕੇ ਰਹਿਣ ਲੱਗ ਪਏ ਹਨ। ਸਾਨੂੰ ਹਮੇਸ਼ਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਬਾਹਰ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।